ਸਿੰਘ ਤੁਸੀਂ ਦੇਖ ਰਹੇ ਹੋ ਕਿ ਏਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ ਅਹਿਮ ਮੁੱਦਾ ਇੱਕ ਨਹੀਂ ਹੈ, ਕਈ ਅਹਿਮ ਮੁੱਦੇ ਨੇ ਪੰਜਾਬ ਦੇ ਨਾਲ ਸੰਬੰਧਿਤ, ਉਹਨਾਂ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਆ। ਬੜੀਆਂ ਆਸਾਂ ਤੇ ਉਮੀਦਾਂ ਸੀਗੀਆਂ ਲੋਕਾਂ ਨੂੰ, ਔਰ ਖਾਸ ਤੌਰ ਤੇ ਉਸ ਵਾਅਦੇ ਤੇ ਕਿ ਜਿਹੜਾ ਵਾਅਦਾ ਅਰਵਿੰਦ ਕੇਜਰੀਵਾਲ ਸਾਹਿਬ ਹੋਰਾਂ ਨੇ ਕੀਤਾ ਸੀਗਾ ਜਾਂ ਭਗਵੰਤ ਮਾਨ ਸਾਹਿਬ ਹੋਰਾਂ ਨੇ ਕੀਤਾ ਸੀਗਾ ਕਿ ਅਗਲੀ ਜਦੋਂ ਵੀ ਰਿਵਿਊ ਕਮੇਟੀ ਦੀ ਮੀਟਿੰਗ ਹੋਏਗੀ ਤਾਂ ਉਸ ਦੇ ਵਿੱਚ ਯਕੀਨਨ ਤੌਰ ਤੇ ਦਵਿੰਦਰਪਾਲ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ ਗੌਰ ਕੀਤਾ ਜਾਏਗਾ। ਨਾ ਸਿਰਫ ਗੌਰ ਕੀਤਾ ਜਾਏਗਾ ਬਲਕਿ ਫੈਸਲਾ ਵੀ ਸੁਣਾਇਆ ਜਾਏਗਾ, ਉਹਨਾਂ ਨੂੰ ਰਿਹਾ ਵੀ ਕੀਤਾ ਜਾਏਗਾ। ਜਦੋਂ ਜਿਸ ਦਿਨ ਮੀਟਿੰਗ ਸੀਗੀ ਉਸ ਤੋਂ ਸਵੇਰ ਤੋਂ ਹੀ ਜਿਹੜੀਆਂ ਪੰਥਕ ਸ਼ਖਸੀਅਤਾਂ ਸੀ ਜਾਂ ਪੰਥ ਦਾ ਦਰਦ ਰੱਖਣ ਵਾਲੇ ਲੋਕ ਸੀਗੇ ਉਹ ਕਹਿੰਦੇ ਸੀ ਕਿ ਅੱਜ ਇੱਕ ਚੰਗੀ ਖਬਰ ਸਾਨੂੰ ਸੁਣਨ ਨੂੰ ਮਿਲ ਸਕਦੀ ਹੈ। ਅੱਜ ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਨੇ ਰਿਹਾ ਹੋ ਕੇ ਆਪਣੇ ਘਰ ਪਰਤ ਸਕਦੇ ਨੇ, ਪਰ ਉਹਨਾਂ ਦੀਆਂ ਆਸਾਂ, ਉਹਨਾਂ ਦੇ ਵਿਸ਼ਵਾਸ ਤੇ ਉਦੋਂ ਧੱਕਾ ਜ਼ਰੂਰ ਵੱਜਿਆ ਜਦੋਂ ਸ਼ਾਮ ਹੁੰਦੇ ਹੁੰਦੇ ਪਤਾ ਲੱਗਿਆ ਕਿ ਕੋਈ ਵੀ ਫੈਸਲਾ ਨਹੀਂ ਹੋ ਪਾਇਆ। ਅਗਲੀ ਮੀਟਿੰਗ ਤੱਕ ਇਹ ਫੈਸਲਾ ਜਿਹੜਾ ਟਾਲ ਦਿੱਤਾ ਗਿਆ। ਤੁਹਾਨੂੰ ਯਾਦ ਕਰਾ ਦਈਏ ਦੋ ਚੀਜ਼ਾਂ, ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਉਹ ਦਸੰਬਰ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਉਹ ਮਾਰਚ ਦੇ ਵਿੱਚ ਹੋਈ ਹੈ। ਹੁਣ ਇਸ ਤੋਂ ਬਾਅਦ ਜਿਹੜੀ ਮੀਟਿੰਗ ਹੋਏਗੀ ਲਾ ਲਓ 3-4 ਮਹੀਨੇ ਜਿਹੜਾ ਉਹ ਹੋਰ ਇਹ ਮਸਲਾ ਅਟਕ ਗਿਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਮਸਲਾ ਅਟਕਿਆ ਕਿਉਂ, ਅੱਗੇ ਕਿਉਂ ਪਾ ਦਿੱਤਾ ਗਿਆ, ਇਹਦੇ ਤੇ ਹਲੇ ਹੋਰ ਕੀ ਸੋਚਣ ਵਾਲਾ ਹੈ, ਇਹਦੇ ਤੇ ਹੋਰ ਕੀ ਰਿਵਿਊ ਕਰਨ ਵਾਲਾ ਹੈ, ਇਹਦੇ ਤੇ ਹੋਰ ਕੀ ਮੰਥਨ ਕਰਨ ਵਾਲਾ, ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਨੀਅਤ ਤੇ ਨੀਤੀ ਤੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਜਮਹੂਰੀ ਹੱਕਾਂ ਤੇ, ਸੂਬੇ ਦੇ ਜਮਹੂਰੀ ਹੱਕਾਂ ਤੇ ਲਗਾਤਾਰ ਡਾਕਾ ਮਾਰਿਆ ਜਾ ਰਿਹਾ ਹੈ। ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲਗਾਤਾਰ ਅਗਵਾਈ ਕਰਨ ਵਾਲੀਆਂ ਪਾਰਟੀਆਂ ਇਹ ਕਹਿੰਦੀਆਂ ਰਹੀਆਂ ਕਿ ਸੰਘੀ ਢਾਂਚਾ ਮਜ਼ਬੂਤ ਤਾਂ ਹੀ ਹੋਏਗਾ ਜੇਕਰ ਕੇਂਦਰ ਤੇ ਸੂਬਾ ਸਰਕਾਰ ਦੇ ਰਿਸ਼ਤੇ ਵੀ ਕਾਇਮ ਰਹਿਣਗੇ, ਆਪਣੀ ਹੱਦ ਮਿੱਥ ਕੇ ਜਿਹੜੇ ਕੰਮ ਕਰਨਗੇ ਤਾਂ ਹੀ ਇਹ ਰਿਸ਼ਤੇ ਮਜ਼ਬੂਤ ਹੋਣਗੇ। ਪਰ BBMB ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਏਕਾਧਿਕਾਰ ਜਮਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ, ਪਹਿਲਾ ਫੰਡਾ ਉਹਨਾਂ ਨੇ ਇਹ ਦੱਸਿਆ ਕਿ ਦੇਖੋ ਇਹ ਤਾਂ ਕਾਨੂੰਨ ਦੇ ਮੁਤਾਬਕ ਕਰ ਰਹੇ ਹਾਂ, ਮੈਂਬਰ ਪਾਵਰ ਹੈ ਜਿਹੜਾ ਜਾਂ ਮੈਂਬਰ ਕਮਿਊਨੀਕੇਸ਼ਨ ਹੈ ਉਹ ਅਸੀਂ ਨਹੀਂ ਲੈ ਪਾ ਰਹੇ, ਉਹ ਇਸ ਕਰਕੇ ਨਹੀਂ ਲੈ ਪਾ ਰਹੇ। ਹਰਿਆਣਾ ਸਰਕਾਰ ਦੀਆਂ ਕੁਝ ਗਾਈਡਲਾਈਨਸ ਹੈ, ਉਸ ਦੇ ਮੁਤਾਬਕ ਹਰਿਆਣਾ ਮਾਫ ਕਰਨਾ ਹਾਈ ਕੋਰਟ ਦੀਆਂ ਕੁਝ ਗਾਈਡਲਾਈਨਸ ਹੈ, ਉਹਦੇ ਮੁਤਾਬਕ ਇਹ ਸਾਰਿਆਂ ਲਈ ਓਪਨ ਹੈ। ਚਲੋ ਉੱਤੇ ਵੀ ਚਰਚਾ ਹੁੰਦੀ ਰਹੀ, ਬਹਿਸ ਹੁੰਦੀ ਰਹੀ। 2 ਦਿਨ ਬਾਅਦ ਹੀ ਇਹ ਕਹਿ ਦਿੱਤਾ ਗਿਆ ਕਿ CISF ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਜਿਹੜੇ ਪੁਲਿਸ ਮੁਲਾਜ਼ਮ ਨੇ ਭਾਵੇਂ ਉਹ ਪੰਜਾਬ ਦੇ ਹੋਣ ਜਾਂ ਹਿਮਾਚਲ ਦੇ ਹੋਣ, ਉਹਨਾਂ ਨੂੰ ਸਾਈਡ ਤੇ ਕਰਕੇ CISF ਲਗਾ ਦਿੱਤੀ ਗਈ ਹੈ। ਜਦੋਂ ਮੈਂ ਕੱਲ ਡਿਬੇਟ ਕੀਤੀ ਸੀ ਤਾਂ ਬੜਾ ਹਾਸੋਹੀਣਾ ਜਿਹਾ ਤਰਕ ਸੁਣਨ ਨੂੰ ਮਿਲਿਆ। ਉਹ ਕਹਿੰਦੇ ਜੀ ਦੇਖੋ ਰੂਸ ਤੇ ਯੂਕਰੇਨ ਦੇ ਵਿੱਚ ਜੰਗ ਹੋ ਰਹੀ ਹੈ, ਇਸ ਕਰਕੇ ਬੜਾ ਖਤਰਾ ਵੱਧ ਗਿਆ ਤੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੇ CISF ਲਾਈ। ਇਸ ਤੋਂ ਬਚਕਾਨਾ ਤੇ ਇਸ ਤੋਂ ਹਾਸੋਹੀਣੀ ਗੱਲ ਕੀ ਹੋਏਗੀ। ਫਿਰ ਮੈਂ ਪੁੱਛਿਆ ਵੀ ਇਹ ਕਿੱਥੋਂ ਦਾ ਲੌਜਿਕ ਹੈ। ਕਹਿੰਦੇ ਸਾਡਾ ਪੰਜਾਬ ਜਿਹੜਾ ਸਰਹੱਦੀ ਸੂਬਾ ਹੈ, ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਯੂਕਰੇਨ ਦੀ ਹੱਦ ਲੱਗ ਰਹੀ ਹੈ ਸਾਨੂੰ ਜਾਂ ਰੂਸ ਦੀ ਹੱਦ ਲੱਗ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਸਰਹੱਦੀ ਸੂਬਾ ਹੈ, ਇਸ ਕਰਕੇ ਇੱਥੇ ਵਧਾ ਦਿੱਤੀ ਗਈ। ਪੂਰੇ ਭਾਰਤ ਦੇ ਵਿੱਚ ਭਾਖੜਾ ਡੈਮ ਦੇ ਨਾਲੋਂ ਵੱਡੇ ਡੈਮ ਨੇ ਜਿੱਥੇ ਸੂਬਾ ਸਰਕਾਰਾਂ ਹੀ ਕਾਬਜ ਨੇ, ਜਿੱਥੇ ਸੂਬਾ ਸਰਕਾਰਾਂ ਦੀ ਹੀ ਪੁਲਿਸ ਕਾਬਜ ਹੈਗੀ ਹੈ, ਉੱਥੇ ਕੋਈ ਖਤਰਾ ਨਹੀਂ, ਉੱਥੇ ਕੋਈ CISF ਨਹੀਂ ਲਗਾਈ। ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਅਜਿਹਾ ਖਤਰਾ ਇਹਨਾਂ ਨਜ਼ਰ ਆਉਂਦਾ ਕਿ ਇੱਥੇ ਇਹਨਾਂ ਨੇ CISF ਲਗਾ ਦਿੱਤੀ। ਇਹ 2 ਅਹਿਮ ਮੁੱਦੇ ਨੇ। ਤੀਜਾ ਮੁੱਦਾ ਜਿਸ ਦਾ ਸਭ ਨੂੰ ਇੰਤਜ਼ਾਰ ਹੈ ਕਿ ਕਿਵੇਂ ਦੇ ਨਤੀਜੇ ਰਹਿਣ ਵਾਲੇ ਨੇ, ਪੰਜਾਬ ਦੇ ਵਿੱਚ ਕਿਸ ਦੀ ਨਵੀਂ ਸਰਕਾਰ ਬਣੇਗੀ। ਬੜੇ ਸਾਰੇ ਲੋਕ ਚਰਚਾ ਤਾਂ ਇਹ ਕਰਦੇ ਨੇ ਕਿ ਦੇਖੋ ਇਸ ਵਾਰ ਤਾਂ ਮਿਲਗੋਬਾ ਹੀ ਹੈ, ਕਲੀਅਰ ਮੈਜੋਰਟੀ ਕਿਸੇ ਨੂੰ ਨਹੀਂ ਮਿਲਣ ਵਾਲੀ ਹੈ, ਹੰਗ ਅਸੈਂਬਲੀ ਆਊਗੀ, ਹੰਗ ਅਸੈਂਬਲੀ ਦੇ ਵਿੱਚ ਜਿਹੜਾ ਤਕੜਾ ਹੋਇਆ ਉਹ ਲੈ ਜਾਊਗਾ ਸਰਕਾਰ ਨੂੰ। ਇਸ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜੇ ਹੋਏ ਨੇ। ਹਰਚਰਨ ਸਿੰਘ ਬੈਂਸ ਸਾਹਿਬ ਸੀਨੀਅਰ ਵਾਈਸ ਪ੍ਰਧਾਨ ਤੇ ਪ੍ਰਿੰਸੀਪਲ ਐਡਵਾਈਜ਼ਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਬਹੁਤ ਸਵਾਗਤ ਹੈ ਬੈਂਸ ਸਾਹਿਬ। ਆਪਣੇ ਕੋਲ ਗੱਲਾਂ ਅੱਜ ਬਹੁਤ ਨੇ ਕਰਨ ਵਾਲੀਆਂ, ਮੁੱਦੇ ਬਹੁਤ ਨੇ। ਸ਼ੁਰੂ ਕਿੱਥੋਂ ਕਰੀਏ? ਹਾਂ, ਸ਼ੁਰੂ ਆਪਾਂ ਉਸੇ ਮੁੱਦੇ ਤੋਂ ਕਰਾਂਗੇ ਜਿਸ ਤੇ ਤੁਸੀਂ ਬੜੀ ਹਮਾਇਤ ਵੀ ਕੀਤੀ, ਲਗਾਤਾਰ ਤੁਸੀਂ ਪ੍ਰੈਸ ਕਾਨਫਰੰਸ ਵੀ ਕਰਦੇ ਰਹੇ ਹੋ ਇਲੈਕਸ਼ਨ ਤੋਂ ਪਹਿਲਾਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਇਹ ਮੁੱਦਾ ਸਿਆਸੀ ਮੁੱਦਾ ਬਣਦਾ ਜਾ ਰਿਹਾ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਲਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲੈਕਸ਼ਨ ਤੋਂ ਪਹਿਲਾਂ ਰਿਹਾ ਕਰਨਾ ਫਾਇਦੇਮੰਦ ਹੁੰਦਾ, ਪਰ ਜਦੋਂ ਹੁਣ ਇਲੈਕਸ਼ਨ ਨਿਕਲ ਚੁੱਕੇ ਨੇ ਹੁਣ ਤਾਂ ਮੈਨੂੰ ਲੱਗਦਾ ਉਹਨਾਂ ਲਈ ਕੋਈ ਸਿਰਦਰਦੀ ਨਹੀਂ ਹੈ। ਉਹਨਾਂ ਨੂੰ ਰਿਹਾ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਕੋਈ ਫਰਕ ਨਹੀਂ ਪੈਣਾ, ਨਤੀਜੇ ਬਦਲਣ ਵਾਲੇ ਨਹੀਂ ਨੇ। ਇਹ ਤੁਹਾਨੂੰ ਲੱਗਦਾ ਕਿ ਸੋਚ ਆਮ ਆਦਮੀ ਪਾਰਟੀ ਰੱਖ ਕੇ ਚੱਲ ਰਹੀ ਹੈ? ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਅਸਲ ਦੇ ਵਿੱਚ, ਕਿਉਂਕਿ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਇਹ ਮੁੱਦਾ ਸਿਆਸੀ ਨਹੀਂ ਹੈ। 2 ਗੱਲਾਂ ਨੇ ਇਹਦੀਆਂ। ਇੱਕ ਤਾਂ ਇਹ ਮੁੱਦਾ ਵੈਸੇ ਸਿਆਸੀ ਨਹੀਂ ਹੈ, ਇੱਕ ਇਹ ਹਿਊਮੈਨਿਟੇਰੀਅਨ ਮੁੱਦਾ ਹੈ, ਜਜ਼ਬਾਤੀ ਮੁੱਦਾ ਹੈ। ਦੂਸਰਾ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਲੇਕਿਨ ਉਹ ਗੱਲ ਬਾਰ-ਬਾਰ ਮੱਥੇ ਜਾ ਕੇ ਵੱਜਦੀ ਹੈ, ਉਹ ਇਹ ਹੈ ਕਿ ਫੈਸਲਾ ਕਮਿਊਨਲ ਗਰਾਊਂਡ ਤੇ ਲਿਆ ਜਾ ਰਿਹਾ। ਇਹਨੂੰ ਫਿਰਕਾ ਪ੍ਰਸਤੀ ਦੇ ਆਧਾਰ ਤੇ ਫੈਸਲਾ ਹੋ ਰਿਹਾ। ਮੈਨੂੰ ਇਹ ਗੱਲ ਬਿਲਕੁਲ ਆਪਣਾ ਬੁਰਾ ਲੱਗ ਰਿਹਾ ਇਹ ਗੱਲ ਕਹਿੰਦੇ ਹੋਏ ਕਿ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਬਿਲਕੁਲ ਜਿੱਦਾਂ ਕਹਿੰਦੇ ਹੋਣੇ ਸਿੱਖਾਂ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਨੇ। ਔਰ ਇਕੱਲਾ ਇਸ਼ੂ ਨਹੀਂ ਹੈ, ਮੈਂ ਇਹ ਕਈ ਐਗਜ਼ਾਮਪਲ ਦਿੱਤੀਆਂ ਹੋਈਆਂ ਨੇ ਪਹਿਲਾਂ ਵੀ, ਦੁਬਾਰਾ ਮੈਂ ਕੁਇਕਲੀ ਗੱਲ ਕਰ ਦਿੰਦਾ। ਦਿੱਲੀ ਵਿੱਚ ਕੋਈ ਮੰਤਰੀ ਜਿਹੜੇ ਨੇ, ਕੋਈ ਸਿੱਖ ਚਿਹਰਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਤੁਸੀਂ ਮੰਤਰੀ ਛੱਡੋ, ਕੋਈ ਅਫਸਰ ਨਜ਼ਰ ਨਹੀਂ ਆ ਰਿਹਾ। ਪੰਜਾਬੀ ਦੀ ਬੋਲੀ ਉੱਥੇ ਬੰਦ ਕਰਤੀ ਇਹਨਾਂ ਨੇ।
ਚੇਅਰਮੈਨ ਛੱਡੋ ਉਹ ਨਹੀਂ ਹੈ। ਫਿਰ ਇਹਨਾਂ ਨੇ ਜਿਹੜੀ ਪੰਜਾਬੀ ਅਕੈਡਮੀ ਹੈ ਉਹਦਾ ਚੇਅਰਮੈਨ ਜਿਹੜਾ ਉਹ ਲਾਤਾ ਜਿਹੜਾ ਨਾਨ ਪੰਜਾਬੀ, ਜਿਹਨੂੰ ਪੰਜਾਬੀ ਆਂਦੀ ਤੱਕ ਨਹੀਂ, ਬੋਲ ਹੀ ਨਹੀਂ ਸਕਦਾ। ਸੋ ਇਦਾਂ ਦੇ ਕਈ ਫੈਸਲੇ, ਇਸ ਫੈਸਲੇ ਬਾਰੇ ਵੀ ਖਾਸ ਤੌਰ ਤੇ ਤੁਹਾਨੂੰ ਯਾਦ ਹੋਣਾ ਕਿ ਆਪਣੀ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀ ਔਰ ਮੈਂ ਕਈ ਪ੍ਰੈਸ ਕਾਨਫਰੰਸ 'ਚ ਵੀ ਗੱਲ ਕੀਤੀ ਜੀ। ਕੇਜਰੀਵਾਲ ਸਾਹਿਬ ਦਾ ਦੇਖੋ ਰਿਕਾਰਡ ਯਾਦ ਰੱਖਣ ਦੀ ਲੋੜ ਹੈ। ਇਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਸੀ ਕਿ ਇਹ ਵਿਸ਼ਾ ਮੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਮੇਰੇ ਪਰਵਿਊ 'ਚ ਨਹੀਂ ਹੈ। ਇਹ ਤੁਸੀਂ ਦੱਸੋ ਮੈਨੂੰ, ਇਹ ਹੋ ਸਕਦਾ ਕਿ ਤੁਸੀਂ ਆਪਣੇ ਹੋਮ ਮਿਨਿਸਟਰ ਨੂੰ ਡੈਜ਼ਿਗਨੇਟ ਕੀਤਾ ਹੋਇਆ, ਕਮੇਟੀ ਬਣਾਈ ਹੋਈ ਹੈ, ਤੁਹਾਡੇ ਕਹਿਣ ਤੇ ਬਣੀ ਹੋਈ ਹੈ, ਔਰ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਕਿ ਤੁਹਾਡੇ ਪਰਵਿਊ 'ਚ ਆ ਰਿਹਾ ਕਿ ਨਹੀਂ ਆ ਰਿਹਾ? ਮੰਨਣਯੋਗ ਗੱਲ ਹੈ? ਬਿਲਕੁਲ ਨਹੀਂ। ਦੂਜੀ ਗੱਲ, ਫਿਰ ਇਹਨਾਂ ਨੇ ਕਿਹਾ ਜਦੋਂ ਫੜੇ ਗਏ, ਜਦੋਂ ਮੈਂ ਸਾਰੇ ਪੇਪਰ ਜਾਰੀ ਕੀਤੇ, ਸ਼ਾਇਦ ਤੁਸੀਂ ਵੀ ਯਾਦ ਹੋਣਾ, ਤੁਹਾਡੇ ਕੋਲੇ ਵੀ ਸੀਗੇ ਉਹ, फिर इन्होंने कहा हाँ हाँ कोई कमेटी बनी है तो कोई बात नहीं, हम मैं जाऊँगा, मैं तो ये चाहता हूँ कि ये जल्दी हो जाए। तो जल्दी का मतलब सीगा अभी मैं फ़ोन कर देता हूँ। तो अभी फ़ोन का मतलब सीगा कि इलैक्शन तो 15 दिन पहला पूरी इलैक्शन निकल गई लेकिन वो फ़ोन नहीं होया, जो होया तो उत्ते असर नहीं होया। हुण इलैक्शन तो बाद इन्होंने क्योंकि वो गल इन्होंने साबित करनी सी, असीं वायदा कीता सीगा कि मीटिंग करनी है, तो मीटिंग की एक फॉर्मैलिटी इन्होंने करती। प्रोफैसर दविंदरपाल सिंह भुल्लर नूं मैं एक सिख इशू के तौर तो हट के भी देखने को तैयार हाँ कि एक बेसिकली एक भारतीय संविधान के एक अंडर एक भारतीय सिटीजन के इंडियन सिटीजन का केस के तौर पर मैं ट्रीट करने को तैयार हाँ। ਉਹਦੇ ਵਿੱਚ ਇਹ ਹੈ ਕਿ ਉਹ ਸਜ਼ਾ ਪੂਰੀ ਕਰ ਚੁੱਕੇ ਆ ਸੰਵਿਧਾਨ ਦੇ ਮੁਤਾਬਕ, ਉਹਨੂੰ 1 ਘੰਟਾ ਵੀ ਉਹਨਾਂ ਨੂੰ ਅੰਦਰ ਰੱਖਣਾ ਉਹ ਮਤਲਬ ਉਹ ਗੁਨਾਹ ਹੈ, ਕਨਸਟੀਟਿਊਸ਼ਨਲੀ ਉਹ ਕ੍ਰਾਈਮ ਹੈ ਰੱਖਿਆ ਹੋਇਆ। ਅੱਛਾ ਫਿਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ, ਉਹ ਕਹਿ ਚੁੱਕੀ ਹੈ ਵੀ ਸਾਨੂੰ ਕੋਈ ਨਹੀਂ ਹੈ, ਇਹਨੂੰ ਰਿਹਾ ਕਰ ਦਿਓ। ਤੀਜਾ ਉਹਨਾਂ ਦੀ ਸਿਹਤ ਦਾ ਇਸ਼ੂ ਆ ਜਿਹੜਾ ਕਿ ਸਭ ਨੂੰ ਪਤਾ ਹੈ ਕਿ ਉਹ ਆਪਣੀ ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਤੱਕ ਜਾ ਨਹੀਂ ਸਕਦੇ, ਇਹਨਾਂ ਨੂੰ ਉਹਨਾਂ ਦੇ ਵਿੱਚ ਦੇਸ਼ ਨੂੰ ਖਤਰਾ ਨਜ਼ਰ ਆ ਰਿਹਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਮੈਂ ਉਹਨਾਂ ਨੂੰ ਸਿਆਸੀ ਨਹੀਂ ਸਮਝਦਾ ਕਿ ਸਿਆਸੀ ਤਾਂ ਮੈਂ ਸਮਝਦਾ, ਦੇਖੋ ਉਹਨਾਂ ਨੇ ਸਾਬਤ ਕਰਤਾ ਵੀ ਸਿਆਸੀ ਨਹੀਂ ਹੈ, ਕਮਿਊਨਲ ਆ। ਸਿਆਸੀ ਤਾਂ ਮੈਂ ਸਮਝਦਾ ਜੇ ਉਹ ਇਲੈਕਸ਼ਨ ਤੋਂ ਪਹਿਲਾਂ ਰਿਹਾ ਕਰਨ ਦੇ ਜਾਂ ਕੋਈ ਇਦਾਂ ਦੀ ਗੱਲ ਕਰਦੇ, ਫਿਰ ਮੈਂ ਸਮਝਦਾ ਇਹਨਾਂ ਨੇ ਸਿਆਸੀ ਫਾਇਦਾ ਉਠਾਉਣਾ ਸੀ, ਕਰਤਾ। ਲੇਕਿਨ ਨਾ ਤਾਂ ਉਹਨਾਂ ਨੇ ਪਹਿਲਾਂ ਕੀਤਾ ਨਾ ਬਾਅਦ ਚ ਕੀਤਾ, ਦੋਨੋਂ ਤਰ੍ਹਾਂ ਹੀ ਦੇਖੋ ਨਾ, ਫਿਰ ਗੱਲ ਉਹ ਜਿਹੜੀ ਅਖੀਰ ਚ ਕਿੱਥੇ ਆ ਗਈ। ਬਿਲਕੁਲ ਠੀਕ ਹੈ, ਪਰ ਬੈਂਸ ਸਾਹਿਬ ਉਹਨਾਂ ਨੇ ਜਿਹੜੀ ਉਹਨਾਂ ਦੀ ਕਮੇਟੀ ਹੈ, ਰਿਵਿਊ ਕਮੇਟੀ ਹੈ, ਉਸਨੇ ਇਸ ਨੂੰ ਨਕਾਰਿਆ ਨਹੀਂ ਹੈ। ਉਹ ਕਹਿੰਦੇ ਸੀ ਹੋਲਡ ਤੇ ਪਾ ਦਿੱਤਾ ਕਿ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੋਈ ਫੈਸਲਾ ਲਾਂਗੇ। ਹੋ ਸਕਦਾ ਇਹਦੇ ਵਿੱਚ ਕੁਝ ਟੈਕਨੀਕਲ ਗੱਲਾਂ ਹੋਣ ਜਿਸ ਤੇ ਉਹਨਾਂ ਨੇ ਵਿਚਾਰ ਕਰਨਾ ਹੋਵੇ, ਜਾਂ ਤਾਂ ਹੁੰਦਾ ਨਾ ਕਿ ਉਹਨਾਂ ਨੇ ਇਹ ਕਹਿ ਦਿੱਤਾ ਹੁੰਦਾ ਕਿ ਨਹੀਂ ਅਸੀਂ ਤਾਂ ਜੀ ਦਰਕਨਾਰ ਕਰ ਰਹੇ ਹਾਂ, ਅਸੀਂ ਨਹੀਂ ਇਹਨਾਂ ਨੂੰ ਰਿਹਾ ਕਰਨਾ। ਨਹੀਂ, ਉਹ ਟੈਕਨੀਕਲ ਗੱਲ ਜਿਹੜੀ ਹੋਵੇ ਨਾ ਜੀ, ਦੇਖੋ ਇਹ ਕਮੇਟੀ ਪਹਿਲੀ ਵਾਰੀ ਥੋੜ੍ਹੇ ਮਿਲ ਰਹੀ ਹੈ, ਇਹ ਤੋਂ ਪਹਿਲਾਂ ਵੀ ਤੁਸੀਂ ਆਪ ਦੱਸ ਕੇ ਹਟੇ ਹੋ ਕਿ ਦਸੰਬਰ 'ਚ ਮਿਲੀ ਹੈ, ਫਿਰ ਮਿਲੀ ਹੈ, ਫਿਰ ਇਹਨਾਂ ਨੂੰ ਕੱਲੀ ਗੱਲ ਉਹ ਕੋਰਟ ਸੁਪਰੀਮ ਕੋਰਟ ਨੇ ਕੇਸ ਐਗਜ਼ਾਮਿਨ ਕੀਤਾ ਹੋਇਆ। ਤੁਸੀਂ ਮੈਨੂੰ ਇੱਕ ਦੱਸੋ, ਜੇ ਦੇਸ਼ ਦੀ ਸਰਵਉੱਚ ਅਦਾਲਤ ਨੂੰ ਕੋਈ ਇਤਰਾਜ਼ ਨਹੀਂ ਹੈ, मैं बार बार कह रहा कि मैं सिख इशू तो उपर उठ के भी देखने को तैयार हाँ, वैसे सिख इशू है लेकिन मैं उपर उठ के भी देखने को तैयार हाँ। एक भारत का सिटीजन है, हिंदुस्तान का एक सिटीजन है, हिंदुस्तान के संविधान के अंडर वो राइट सारे है ने जिहड़े कि मेरे ਜਾਂ ਤੁਹਾਡੇ ਜਾਂ ਕਿਸੇ ਵੀ ਹੋਰ ਦੇ ਜਾਂ ਕੇਜਰੀਵਾਲ ਦੇ ਉਹਦੇ ਵੀ ਹੈਗੇ ਨੇ, ਉਹਨਾਂ ਨੂੰ ਤੁਸੀਂ ਡਿਨਾਈ ਕਰ ਰਹੇ ਹੋ ਤਾਂ ਕੀ ਤੁਸੀਂ ਭਾਰਤੀ ਸੰਵਿਧਾਨ ਨੂੰ ਵਾਇਲੇਟ ਨਹੀਂ ਕਰ ਰਹੇ? ਮੇਰੇ ਖਿਆਲ ਦੇ ਵਿੱਚ ਤਾਂ ਮੈਂ ਆਪਣੀ ਪਾਰਟੀ 'ਚ ਵੀ ਗੱਲ ਕੀਤੀ ਹੈ, ਅਸੀਂ ਸੀਰੀਅਸਲੀ ਇਸ ਗੱਲ ਬਾਰੇ ਸੋਚ ਰਹੇ ਹਾਂ ਕਿ ਇਸ ਕੇਸ ਦੇ ਉੱਤੇ ਅਸੀਂ ਲੀਗਲੀ ਇਹਨਾਂ ਨੂੰ ਚੈਲੰਜ ਕਰੀਏ ਕਿ ਤੁਸੀਂ ਨਾਟ ਓਨਲੀ ਕਿ ਇਹਨਾਂ ਨੂੰ ਰਿਲੀਜ਼ ਕਰੋ, ਪਰ ਇਹਨਾਂ ਨੂੰ ਤੁਸੀਂ ਰੋਕਿਆ ਹੋਇਆ ਕਿਉਂ? ਕਿਸ ਕਲੌਜ਼ ਦੇ ਅੰਡਰ, ਕਿਸ ਧਾਰਾ ਦੇ ਅੰਡਰ ਤੁਸੀਂ ਰੋਕਿਆ ਹੋਇਆ? ਔਰ ਕਮੇਟੀ ਕੌਣ ਹੁੰਦੀ ਹੈ? ਕਮੇਟੀ ਕੋ ਸੁਪਰੀਮ ਕੋਰਟ ਤੋਂ ਉੱਪਰ ਤਾਂ ਨਹੀਂ ਹੁੰਦੀ, ਠੀਕ ਹੈ। ਕੋਈ ਕਮੇਟੀ ਦਾ ਕੰਮ ਸਿਰਫ ਇੰਨਾ ਹੀ ਸੀਗਾ ਜਸਟ ਟੂ ਸੀ ਕਿ ਕੀ ਉਹਨੂੰ ਕਹਿੰਦੇ ਹੁੰਦੇ ਆ SOPs ਕਿਹੜੀਆਂ ਨੇ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਜਾਂ ਕਹਿ ਲਓ ਵੀ ਨੋਰਮਸ ਕਿਹੜੀਆਂ ਨੇ, ਤੇ ਕਿਸ ਕੋਈ ਇਦਾਂ ਦੀ ਗੱਲ ਜਿਹੜੀ ਕਰਨੀ ਹੈ ਵੀ ਅੱਜ ਕਰਨਾ ਕੱਲ ਕਰਨਾ, ਜਾਂ ਇਹਨਾਂ ਦੀ ਕਿਹੜੀ ਕੋਈ ਸ਼ਰਤਾਂ ਨਹੀਂ ਲਾਣੀ, ਜਾਂ ਕੋਈ ਜ਼ਮਾਨਤ ਕੁਝ, ਬਲਕਿ ਜ਼ਮਾਨਤ ਵਾਲਾ ਤਾਂ ਕੇਸ ਹੀ ਨਹੀਂ ਹੈ ਜੀ। ਪਰ ਮਤਲਬ ਮੈਂ ਕਹਿੰਦਾ ਸਾਰੀਆਂ ਹੀ ਛੋਟਾਂ ਦੇਣ ਨੂੰ ਤਿਆਰ ਹਾਂ, ਫਿਰ ਵੀ ਤੁਸੀਂ ਉਹਨਾਂ ਨੂੰ ਡੈਫਰ ਕਰ ਮਤਲਬ ਡੈਫਰ ਕਾਹਦੇ ਵਾਸਤੇ ਕਰ ਰਹੇ ਹੋ? ਜਾਂ ਫਿਰ ਗੱਲ ਇਹ ਹੋ ਸਕਦੀ ਹੈ ਕਿ ਇਹ ਸੋਚ ਰਿਹਾ ਹੈ ਜੀ ਵੀ ਦੇਖਾਂਗੇ ਕੀ ਬਣਦਾ, ਤਾਂ ਫਿਰ ਉਸ ਹਿਸਾਬ ਨਾਲ ਤੁਹਾਨੂੰ ਲੱਗਦਾ ਕਿ ਇਹਦਾ ਮਤਲਬ ਤੁਸੀਂ ਉਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ